जिथे लोग बड़े मजबूर जहे, दिल्ली दे दिल तो दूर जहे, ते भुखां विच मशहूर जहे, जिथे मर के चंब लिजावदे हन पूजक तेरे, तू मगदा रही वे सूरजा कमियां दे वेड़े। इन्ना वड्डा पुलिस दा तशद्दद होया होवे, मत्थे चों खून निकल रहा होवे, पर वो फट्टड़ मत्था झुकिया नहीं। आके गए मैनू भी इस तरह भी आए हो रहे भी मां तो चले नहीं गए देख के पता मैंने पता ही है फिर है भी मुंडे ते जवाखां ते देख रही थी साडे कोई मोबाइल है ही नहीं सीगा तां छोटा ही एडा क मोबाइल ते च माता तो कित्थे चले जांदा सी पुत्त भी मैनू दिल हाल ते जे पुत्त जालदा सी दिल ते मैनू झेलणियां पईयां सट्टां। गुरू घर ही सेवा करदा सीगा ते पहलां काम करदा सी भी तनखाह ते भी लगे तनखाह तो बाबे नाल रल गया भी मैंने कुछ भी नहीं चाहिए जिवें हुण उत्थे सी उत्थे भी सेवा च गया सी पुत्त जे तूं बागे तैनूं भी लंगर छकाउणा ती जे कोई भी आंदा उस नूं लंगर छकाउणा ती। ਇੱਥੇ ਜੀ ਸ਼੍ਰੋਮਣੀ ਕਮੇਟੀ ਨੇ ਰੱਖ ਲਿਆ ਉਹ ਸ਼੍ਰੋਮਣੀ ਕਮੇਟੀ ਨੇ ਰੱਖਿਆ ਜੀ ਉਹਨੂੰ ਤਨਖਾਹ ਦੇਣ ਲੱਗੇ ਉਹ 2 ਮਹੀਨੇ ਨਹੀਂ ਰਿਹਾ ਜੀ ਉਹਨਾਂ ਕੋਲ ਆਹ ਜੀ ਨੌਕਰੀ ਦੀ ਲੱਤ ਮਾਰੀ ਕਹਿੰਦਾ ਮੈਂ ਸੇਵਾ ਕਰਨੀ ਆ ਭਾਈ ਕਨ੍ਹਈਆ ਵਾਂਗੂ ਭਾਈ ਕਨ੍ਹਈਆ ਬਣ ਕੇ ਜੀ ਉਹਨੇ ਕਿਸੇ ਮਜ਼ਹਬ ਧਰਮ ਦਾ ਉਹ ਬੰਦਾ ਉਹਨੂੰ ਲੰਗਰ ਪਾਣੀ ਛਕਾਉਣਾ ਪਿੰਡੀ ਉਹਨੂੰ ਲਿਆਇਆ ਜੀ ਆਉਂਦਾ ਨਹੀਂ ਸੀ ਪਿੰਡ ਆਪਣੇ ਘਰ ਵੀ ਨਹੀਂ ਆਉਂਦਾ ਜੀ ਉਹ ਤੇ ਆਹ ਗਲੀ ਵੀ ਨਹੀਂ ਵੜਦਾ ਉਹ ਗਲੀ ਹੈਗੀ ਹੈ ਤੇ ਉਧਰੋਂ ਗਲੀਆਂ ਤੁਰ ਲੱਗਦੀ ਹੈ ਉਹਨੇ ਸਾਡੇ ਘਰੇ ਨਹੀਂ ਸੀ ਉਹਦਾ ਅੱਠੋ ਪਹਰਾ ਸਮਾਧੀ ਦੇ ਵਿੱਚ ਨੀਂਦ ਰਹਿੰਦਾ। ਤੁਹਾਡੇ ਕੋਲ ਤਾਂ ਜ਼ਮੀਨ ਵੀ ਨਹੀਂ ਹੈਗੀ ਦੱਸਿਆ ਬਾਬਾ ਜੀ ਨਾਲ ਵੀ ਗੱਲ ਹੋਈ ਹੈ ਸਾਡੀ ਉਹ ਕਹਿੰਦੇ ਨਾ ਅਸੀਂ ਤਾਂ ਫਿਰ ਵੀ ਉਹ ਕਿਸਾਨੀ ਸੰਘਰਸ਼ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਨਫ਼ਰਤਾਂ ਫੈਲਾਉਂਦੇ ਨੇ ਜੇ ਸਾਡੇ ਬਾਤ ਕੋਈ ਮੰਦਾ ਬੋਲਦਾ ਸਾਡੇ ਬਾਤ ਉਹ ਚੰਗੇ ਹੀ ਕਰਦੇ ਅੱਗੋਂ ਪਰਮਾਤਮਾ ਜਾਣਦਾ ਜੀ ਉਹਨੇ ਸੇਵਾ ਸਾਰਾ ਉਹ ਕਰਨਾ ਨਿਉ ਨੇ ਮੇਰਾ ਜਿਹੜਾ ਕਰਨਾ ਉਹ ਪਰੀ ਪਰਮਾਤਮਾ ਨੇ ਕਰਨਾ। ਪੰਜਾਬੀ ਦੇ ਮਸ਼ਹੂਰ ਕਵੀ ਸੰਤ ਰਾਮ ਉਦਾਸੀ ਨੇ ਕਦੇ ਲਿਖਿਆ ਸੀ ਜਿੱਥੇ ਬੰਦਾ ਜੰਮਦਾ ਸੀਰੀ ਹੈ ਟਕਿਆਂ ਦੀ ਮੀਰੀ ਪੀਰੀ ਹੈ ਜਿੱਥੇ ਕਰਜ਼ੇ ਹੇਠ ਪੰਜੀਰੀ ਹੈ ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ ਤੂੰ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ ਜਿੱਥੇ ਲੋਕ ਬੜੇ ਮਜਬੂਰ ਜਹੇ ਦਿੱਲੀ ਦੇ ਦਿਲ ਤੋਂ ਦੂਰ ਜਹੇ ਤੇ ਭੁੱਖਾਂ ਵਿੱਚ ਮਸ਼ਹੂਰ ਜਹੇ ਜਿੱਥੇ ਮਰ ਕੇ ਚੰਬ ਲਿਜਾਵਦੇ ਹਨ ਪੂਜਕ ਤੇਰੇ ਤੂੰ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ। ਅਸੀਂ ਇਹ ਗੱਲਾਂ ਪੰਧੇਰ ਪਿੰਡ ਦੀਆਂ ਗਲੀਆਂ ਚਾ ਕੇ ਕਿਉਂ ਕਰ ਰਹੇ ਹਾਂ ਵਿਹੜੇ ਚਾ ਕੇ ਕਿਉਂ ਕਰ ਰਹੇ ਹਾਂ ਜੇ ਕਹੀਏ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਉਹ ਜੱਗੀ ਬਾਬਾ ਜਿਹਦੇ ਕੋਲੇ ਜ਼ਮੀਨ ਤਾਂ ਨਹੀਂ ਸੀ ਪਰ ਜ਼ਮੀਰ ਸੀ ਜਿਹੜਾ ਜੱਗੀ ਬਾਬਾ ਪੂਰੀ ਦੁਨੀਆ ਦੇ ਅੰਦਰ ਮਸ਼ਹੂਰ ਹੋਇਆ ਜਿਹਦੀ ਤਸਵੀਰ ਦੇਖੀ ਨਿਧੜਕ ਤਸਵੀਰ ਨਿਡਰ ਤਸਵੀਰ ਕਿ ਇੰਨਾ ਵੱਡਾ ਪੁਲਿਸ ਦਾ ਤਸ਼ੱਦਦ ਹੋਇਆ ਹੋਵੇ ਮੱਥੇ 'ਚੋਂ ਖੂਨ ਨਿਕਲ ਰਿਹਾ ਹੋਵੇ ਪਰ ਉਹ ਫੱਟੜ ਮੱਥਾ ਝੁਕਿਆ ਨਹੀਂ ਖੜਾ ਰਿਹਾ ਪੂਰੀ ਚੜ੍ਹਦੀ ਕਲਾ ਦੇ ਅੰਦਰ। ਅਸੀਂ ਉਸ ਪਰਿਵਾਰ 'ਚ ਆਏ ਉਹ ਪਰਿਵਾਰ ਦਾ ਹਾਲ ਦਿਖਾਉਂਦੇ ਹਾਂ ਤੁਹਾਨੂੰ ਤਾਂ ਕਿ ਤੁਸੀਂ ਜਾਣ ਸਕੋ ਕਿ ਅਸਲ 'ਚ ਉਹਨਾਂ ਕਮੀਆਂ ਦੇ ਵਿਹੜਿਆਂ ਦਾ ਹਾਲ ਕੀ ਹੈਗਾ ਉਹਨਾਂ ਲੋਕਾਂ ਦਾ ਹਾਲ ਕੀ ਹੈ ਜਿਹੜੇ ਲੋਕ ਤੁਹਾਡੀ ਇਸ ਲਹਿਰ 'ਚ ਵੱਖ-ਵੱਖ ਵਰਗਾਂ ਦੇ ਨੁਮਾਇੰਦਗੀ ਕਰ ਰਹੇ ਨੇ ਸ਼ਮੂਲੀਅਤ ਕਰ ਰਹੇ ਨੇ। ਅਸੀਂ ਪੰਧੇਰ ਪਿੰਡ 'ਚ ਜਿੱਥੋਂ ਦੇ ਜੱਗੀ ਬਾਬਾ ਨੇ ਤੇ ਬਹੁਤ ਉਹ ਪਰਿਵਾਰ ਜਿਹੜਾ ਬੇਹੱਦ ਗਰੀਬ ਪਰਿਵਾਰ ਹੈਗਾ। ਮੈਂ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਊਂ ਘਰ ਦੀਆਂ ਆ ਤਾਂ ਇੱਕ ਛੋਟਾ ਜਿਹਾ ਘਰ ਆ ਜਿੱਥੇ ਬਹੁਤ ਸਾਰੇ ਲੋਕ ਰਹਿੰਦੇ ਨੇ ਹੋਰ ਇੱਕ ਥਾਂ ਦੇ ਉੱਤੇ ਵੀ ਇਹ ਆਪਦਾ ਇੱਕ ਘਰ ਪਾ ਰਹੇ ਨੇ ਹੁਣ ਲੋਕਾਂ ਨੇ ਮਦਦ ਆਈ ਹੈਗੀ ਆ ਇਸ ਗਰੀਬ ਦਾ ਘਰ ਹੈ ਤੇ ਕਈ ਸਾਲਾਂ ਤੋਂ ਜਗਸੀਰ ਸਿੰਘ ਉਰਫ ਜੱਗੀ ਬਾਬਾ ਗੁਰਦੁਆਰਾ ਸਾਹਿਬ 'ਚ ਰਹਿ ਰਿਹਾ ਸੀ ਤੇ ਅੱਜ ਵੀ ਜਦੋਂ ਗੱਲ ਹੁੰਦੀ ਹੈ ਤਾਂ ਇੱਕੋ ਗੱਲ ਚੜ੍ਹਦੀ ਕਲਾ ਦੀ ਗੱਲ ਗੁਰੂ ਸਾਹਿਬਾਨ ਦੀ ਗੱਲ ਪੰਜਾਬ ਦੀ ਉਹ ਗੱਲ ਜਿਹੜੀ ਕਿਹਾ ਗਿਆ ਕਿ ਹਾਂ ਸਾਰੇ ਧਰਮ ਸਾਰੇ ਮਜ਼ਹਬ ਸਾਰੀਆਂ ਜਾਤਾਂ ਸਾਰੇ ਲੋਕ ਇੱਕ ਨੇ ਉਸੇ ਸਿੱਖੀ ਦਾ ਸੁਨੇਹਾ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਜੱਗੀ ਬਾਬਾ ਨੇ ਦਿੱਤਾ। ਉਹਨਾਂ ਦਾ ਘਰ ਆ ਛੋਟਾ ਜਿਹਾ ਘਰ ਆ ਤੁਸੀਂ ਦੇਖ ਸਕਦੇ ਹੋ ਔਰ ਬੇਹੱਦ ਗਰੀਬੀ 'ਚ ਰਹਿਣ ਵਾਲਾ ਪਰਿਵਾਰ ਆ ਬੇਹੱਦ ਗਰੀਬੀ 'ਚ ਰਹਿਣ ਵਾਲਾ ਪਰਿਵਾਰ ਹੈ ਔਰ खुद जिवें वो जिक्र करते हैं कि सानू तो गुरु साहब ने कहा से रंगरेटे गुरु के बेटे दलित परिवार जिस परिवार के अंदरों जो पंजाब के इतिहास इस मूवमेंट का इतिहास लिखा जाऊगा तो जिक्र जो होगा तो इतिहास के एक चैप्टर च जगसीर सिंह उर्फ जग्गी बाबा का जिक्र भी होगा क्योंकि इन्नी निधड़कता के नाल खड़े रहे। असल च जे कहना होवे कि जबर का मुकाबला
ਸਬਰ ਨਾਲ ਜੇ ਕਿਸੇ ਨੇ ਕੀਤਾ ਤਾਂ ਉਹ ਜੱਗੀ ਬਾਬਾ ਨੇ ਕੀਤਾ। ਅੱਗੇ ਵੀ ਦੇਖ ਲਓ ਤੁਸੀਂ, ਘਰ ਦੀ ਰਸੋਈ ਤੁਹਾਨੂੰ ਦਿਖਾਉਂਦੇ ਹਾਂ ਅਸੀਂ। ਦੇਖ ਲਓ ਤੁਸੀਂ ਕਿਸ ਤਰ੍ਹਾਂ ਦੀ ਹਾਲਤ ਆ ਘਰ ਦੀ, ਇਸ ਪਰਿਵਾਰ ਦੀ। ਤੇ ਉਹਨਾਂ ਦੇ ਮਾਤਾ ਪਿਤਾ ਸਾਡੇ ਨਾਲ ਨੇ। ਪਹਿਲਾਂ ਤੁਹਾਨੂੰ ਅਸੀਂ ਇੰਟਰਵਿਊ ਦਿਖਾਇਆ ਜੱਗੀ ਬਾਬਾ ਹੋਰਾਂ ਦਾ, ਕੀ ਉਹਨਾਂ ਨੇ ਕਿਹਾ, ਕਿਉਂਕਿ ਪਿੰਡ 'ਚ ਜੱਗੀ ਬਾਬਾ ਦੇ ਨਾਂ 'ਤੇ ਮਸ਼ਹੂਰ ਆ। ਪੂਰੇ ਪਿੰਡ ਦੇ ਅੰਦਰ ਜਦੋਂ ਅਸੀਂ ਐਂਟਰ ਕੀਤੇ ਸਭ ਨੇ ਕਿਹਾ ਜੱਗੀ ਬਾਬਾ। ਤੇ ਗੁਰਦੁਆਰਾ ਸਾਹਿਬ ਹੀ ਰਹਿੰਦੇ ਸੀ, ਸੇਵਾ ਕਰਦੇ ਸੀ ਔਰ ਲੋਕਾਂ ਦੇ ਹਰ ਮਾਮਲੇ ਸ਼ਮੂਲੀਅਤ, ਚਾਹੇ ਉਹ ਕਾਰ ਸੇਵਾ ਦਾ ਕੰਮ ਹੋਵੇ, ਚਾਹੇ ਕੋਈ ਸੇਵਾ ਦਾ ਕੰਮ ਹੋਵੇ। ਔਰ ਇੱਕ ਗੱਲ ਸਾਰੇ ਪਿੰਡ ਨੇ ਕਹੀ ਕਿ ਜ਼ਿਆਦਾਤਰ ਉਹ ਇੱਕ ਦਰਵੇਸ਼ਾਂ ਵਾਲੀ ਵਿਰਤੀ ਵੀ ਆਪਦਾ ਪਾਠ ਕਰੀ ਜਾਣਾ, 4-4 5-5 ਘੰਟੇ ਪਾਠ ਕਰਨਾ। ਧਰਨੇ 'ਚ ਵੀ ਕਹਿੰਦੇ ਇਹ ਹੁੰਦਾ ਸੀ। ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਨੇ। ਗੱਲਬਾਤ ਕਰਦੇ ਹਾਂ ਅਸੀਂ ਉਹਨਾਂ ਦੇ ਮਾਤਾ ਜੀ ਦੇ ਨਾਲ ਤੇ ਉਹਨਾਂ ਦੇ ਪਿਤਾ ਜੀ ਦੇ ਨਾਲ, ਕੀ ਕਹਿਣਾ ਉਹਨਾਂ ਦਾ। ਔਰ ਜਦੋਂ 26 ਦੀ ਘਟਨਾ ਉਹਨਾਂ ਨੂੰ ਪਤਾ ਲੱਗੀ ਤਾਂ ਕੀ ਹੋਇਆ। ਮਾਤਾ ਜੀ, ਜਿੱਦਣ ਉਹ 26 ਦੀ ਘਟਨਾ ਹੋਈ ਸੀ, ਕੀ ਤੁਹਾਨੂੰ ਕਿਵੇਂ ਪਤਾ ਲੱਗਿਆ, ਕੀ ਤੁਹਾਡੇ ਮਨ 'ਚ ਆਇਆ ਉਦੋਂ? ਤੇ ਪੁੱਤ ਉਹਨੇ ਮੁੰਡੇ ਖੁੰਡੇ ਨੇ ਦੱਸਿਆ, ਦਿਖਾ ਕੇ ਗਏ ਮੈਨੂੰ ਵੀ ਇਸ ਤਰ੍ਹਾਂ ਬੀਬੀ ਐਂ ਹੋ ਰਿਹਾ ਵੀ ਮਾਂ ਤੋਂ ਚੱਲਿਆ ਨਹੀਂ ਗਿਆ ਸੀ ਦੇਖ ਕੇ। ਪੁੱਤ ਮੈਨੂੰ ਪਤਾ ਹੀ ਹੈ ਫਿਰ, ਹੈ ਵੀ ਮੁੰਡੇ ਤੇ ਜਵਾਕਾਂ 'ਚ ਦੇਖਦੀ ਤੇ ਸਾਡੇ ਕੋਈ ਮੋਬਾਈਲ ਹੈ ਹੀ ਨਹੀਂ ਸੀਗਾ, ਤਾਂ ਛੋਟਾ ਜਿਹਾ ਐਡਾ ਕੁ ਮੋਬਾਈਲ ਆ ਉਹ। ਤੇ ਵਿੱਚ ਮਾਤਾ ਤੋਂ ਕਿੱਥੇ ਚੱਲੇ ਜਾਂਦਾ ਸੀ ਪੁੱਤ। ਵੀ ਮੈਨੂੰ ਦਿਲ ਹਾਲ ਤੇ ਜੇ ਪੁੱਤ ਜਾਲਦਾ ਸੀ, ਉਹ ਦਿਲ ਤੇ ਮੈਨੂੰ ਝੱਲਣੀਆਂ ਪਈਆਂ ਸੱਟਾਂ। ਵੀ ਤੁਸੀਂ ਜਾਣੀ ਜਾਣੋ, ਤੁਹਾਨੂੰ ਸਭ ਥੋੜੇ ਸਬੂਤ ਆ ਰਿਹਾ ਮੂਹਰੇ ਤੇ, ਹੈਂ ਵੀ ਮੂਹਰੇ ਆ ਰਿਹਾ ਸਬੂਤ ਜਿਹੜਾ ਹੈਗਾ ਵੀ ਇੰਨੀ ਕੁਛ ਕਹਿ ਸਕਦੇ ਅਸੀਂ ਪੁੱਤ। ਮੈਂ ਤਾਂ ਬਾਹਲੀ ਗੱਲਾਂ ਹੋ ਨਹੀਂ ਸਕਦੀਆਂ। ਫਿਰ ਤੁਸੀਂ ਕਿਹਨੂੰ ਕਿਹਾ ਕਿ ਜਾਓ ਉੱਥੇ ਪਤਾ ਕਰੋ ਮੇਰੇ ਪੁੱਤ ਦਾ? ਕੋਈ ਗਿਆ ਪਿੰਡ 'ਚੋਂ ਗਿਆ ਜਾਂ ਕਿਵੇਂ ਪਤਾ ਕੀਤਾ? ਵੀ ਉਹਨਾਂ ਨੇ ਪਿੰਡਾਂ ਨੂੰ ਪਤਾ ਲੱਗੇ, ਪਿੰਡਾਂ ਹੀ ਲਿਆਏ ਜਾ ਕੇ ਵੀ ਵਿਚਾਰੇ, ਹੈਂ ਸਾਨੂੰ ਤਾਂ ਪਤਾ ਵੀ ਨਾ ਅਸੀਂ ਲਿਆਉਣ ਯੋਗ ਕੀ ਚੈੱਕ ਕਰ ਸਕਦੇ ਸੀ ਅਸੀਂ ਨੇ, ਵੀ ਪਿੰਡਾਂ ਦੇ ਨਾਲ ਹੀ ਗਿਆ ਸੀ, ਕੋਈ ਆਪ ਹੀ ਲਿਆਏ, ਸਾਨੂੰ ਪਤਾ ਨਹੀਂ ਲੱਗਿਆ। ਵੀ ਤੜਕੇ ਦੇ ਫੇਰ ਪਤਾ ਲੱਗਿਆ ਸਾਨੂੰ ਵੀ ਅੱਜ ਦੇ ਆਈ। ਜਗਸੀਰ ਦਾ ਸੁਭਾਅ ਸ਼ੁਰੂ ਤੋਂ ਇਹ ਰਿਹਾ ਕਿ ਉਹ ਹਮੇਸ਼ਾ ਸੇਵਾ ਦੇ ਕੰਮਾਂ 'ਚ, ਚਾਹੇ ਉਹ ਅੰਦੋਲਨਾਂ 'ਚ ਕੋਈ ਹੋਰ ਆ, ਇਸ ਤਰ੍ਹਾਂ ਦੇ ਕੰਮਾਂ 'ਚ ਰਿਹਾ ਸ਼ੁਰੂ ਤੋਂ ਹੀ। ਹਾਂ, ਸੇਵਾ 'ਚ ਚੀਜ਼ ਤੇ ਮੱਥੀ ਵੀ ਗੁਰੂ ਘਰ ਹੀ ਸੇਵਾ ਕਰਦਾ ਸੀਗਾ। ਤੇ ਪਹਿਲਾਂ ਕੰਮ ਕਰਦਾ ਸੀ, ਵੀ ਤਨਖਾਹ ਤੇ ਵੀ ਲੱਗੇ, ਤਨਖਾਹ ਤੇ ਬਾਬਿਆਂ ਨਾਲ ਰਲ ਗਿਆ ਵੀ ਮੈਨੂੰ ਕੁਛ ਵੀ ਨਹੀਂ ਚਾਹੀਦਾ। ਜਿਵੇਂ ਹੁਣ ਉੱਥੇ ਸੀ, ਉੱਥੇ ਵੀ ਸੇਵਾ 'ਚ ਗਿਆ ਸੀ ਪੁੱਤ ਦੇ। ਜੇ ਤੂੰ ਬਾਗੇ ਤੈਨੂੰ ਵੀ ਲੰਗਰ ਛਕਾਉਣਾ ਤੀ, ਜੇ ਕੋਈ ਵੀ ਆਉਂਦਾ ਉਸ ਨੂੰ ਲੰਗਰ ਛਕਾਉਣਾ ਤੀ, ਕੋਈ ਲੰਗਰ ਛਕਾਉਣ ਦੇ ਬਾਰੇ ਉਹ ਗਿਆ ਤੀ ਵੀ ਇਸ ਤਰ੍ਹਾਂ ਨਹੀਂ ਸੀ ਕੋਈ। ਹਾਂ, ਸ਼ੁਰੂ ਤੋਂ ਹੀ ਫਿਰ ਘਰੇ ਕਹਿੰਦੇ ਘੱਟ ਰਿਹਾ ਹੈਗਾ ਹਮੇਸ਼ਾ ਹੀ, ਹੈ ਮਤਲਬ ਧਾਰਮਿਕ ਬਿਰਤੀ ਦਾ ਸੀਗਾ। ਕੋਈ ਦੱਸ ਰਿਹਾ ਸੀ ਨੌਕਰੀ, ਕਹਿੰਦੇ ਅਸੀਂ ਦੇਤੀ, ਨੌਕਰੀ ਵੀ ਨਹੀਂ ਕੀਤੀ। ਕਹਿੰਦਾ ਮੈਂ ਨਹੀਂ ਨੌਕਰੀ ਕਰਨੀ, ਮੈਨੂੰ ਤਾਂ ਨੌਕਰੀ ਨਾਲ ਮੈਂ ਡਿਸਟਰਬ ਹੋ ਜਾਂਦਾ, ਨੌਕਰੀ ਮੈਨੂੰ ਗੁਲਾਮੀ ਲੱਗਦੀ ਹੈ, ਮੈਂ ਨਹੀਂ ਨੌਕਰੀ ਕਰਨੀ। ਇਹ ਗੱਲ ਅੱਜ ਕਿਸੇ ਨੇ ਦੱਸੀ ਪਿੰਡ 'ਚ, ਕੀ ਲੋਕਾਂ ਨੇ ਕਿਹਾ ਕਿ ਨੌਕਰੀ ਦੇਤੀ ਸੀ ਪਿੰਡ ਦੇ ਗੁਰਦੁਆਰਾ ਸਾਹਿਬ 'ਚ। ਕਿਉਂ ਬਾਈ ਜੀ, ਆ ਕੇ ਦੱਸਿਓ ਮਾੜਾ ਜਿਹਾ। ਤਾਂ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਕੋਈ ਨੌਕਰੀ ਦੇਤੀ ਸੀ, ਉਹਨਾਂ ਨੇ ਕਿਹਾ ਨੌਕਰੀ ਨਹੀਂ ਕਰਨੀ, ਮੈਨੂੰ ਗੁਲਾਮੀ ਵਰਗੀ ਲੱਗਦੀ। ਕਿਉਂਕਿ ਮੈਂ ਜਦੋਂ ਮੈਡੀਟੇਸ਼ਨ ਕਹਿ ਦਈਏ ਆਪਾਂ, ਧਿਆਨ ਕਹਿ ਦਈਏ, ਸਾਧਨਾ ਕਹਿ ਦਈਏ ਜਾਂ ਪਾਠ ਕਹਿ ਦਈਏ, ਜੋ ਕਰਨਾ ਮੈਂ ਉਹਦੇ 'ਚ ਮੈਨੂੰ ਪ੍ਰੋਬਲਮ ਆਉਂਦੀ ਹੈ। ਹਾਂਜੀ, ਇਹ ਤਾਂ ਹੈਗੇ ਪਹਿਲਾਂ ਤੋਂ ਹੀ ਇਹ ਧਾਰਮਿਕ ਖਿਆਲਾਂ 'ਚ ਰਿਹਾ ਹੈਗਾ। ਕੋਈ ਇਹਨੇ ਇਹ ਉਹ ਨਹੀਂ ਕਰਿਆ ਸੀਗਾ, ਨੌਕਰੀ ਬਾਰੇ ਤਾਂ ਇਹਨੇ ਕਦੇ ਸੋਚਿਆ ਹੀ ਨਹੀਂ ਸੀ। ਕੋਈ ਪੈਸੇ ਬਾਰੇ ਨਹੀਂ ਸੋਚਿਆ ਵੀ ਮੈਨੂੰ ਪੈਸੇ ਦੀ ਲੋੜ ਆ ਗਈ। ਹੁਣ ਵੀ ਉੱਥੇ ਵੀ ਇਹੀ ਕੰਮ ਸੀ, ਇਹਦੇ ਸੇਵਾ ਹੀ ਕਰਨੀ ਇਹਨੇ ਬੰਦੇ ਨੇ। ਪਹਿਲਾਂ ਨਿਤਨੇਮ ਵੀ ਕਰਦਾ ਸੀ, ਜੋ ਇੱਥੇ ਕਾਰ ਸੇਵਾ ਚੱਲੀ ਆਪਣੇ, ਉਹ ਵੀ ਇਹੀ ਰੱਖਿਆ ਜੀ। ਇਹਨੂੰ ਕੋਈ ਪੈਸੇ ਬਾਰੇ ਕੋਈ ਖਿਆਲ ਨਹੀਂ ਹੈਗਾ। ਇਹ ਬਹੁਤ ਵੱਡੀ ਗੱਲ ਅਸੀਂ ਸੁਣੀ ਆ ਜਾ ਕੇ ਪਿੰਡ 'ਚ, ਕਿ ਜਦੋਂ ਨੌਕਰੀ ਦੀ ਗੱਲ ਆਈ, ਨੌਕਰੀ ਦੇਤੀ ਸੀ ਗੁਰਦੁਆਰਾ ਸਾਹਿਬ 'ਚ, ਕਹਿੰਦੇ ਥੋੜ੍ਹਾ ਜਿਹਾ ਟਾਈਮ ਨੌਕਰੀ ਕੀਤੀ, ਫਿਰ ਬੇਬੇ ਨੌਕਰੀ ਛੱਡਤੀ ਹੈ ਜਿਹੜੀ ਕਰਦਾ ਸੀਗਾ ਨੌਕਰੀ। ਹਾਂ, ਸੇਵਾ 'ਚ ਲੱਗ ਗਏ ਪੁੱਤ, ਫਿਰ ਉਹ ਵੀ ਸੇਵਾ 'ਚ ਲੱਗਿਆ ਹੋਇਆ ਸੀਗਾ। ਹਾਂ, ਵੀ ਉਹ ਵੀ ਆਪਣੀ ਤਨਖਾਹ ਵੀ ਜਿਹੜੇ ਦਿੰਦੇ ਸੀਗੇ ਵੀ ਉਹ ਵੀ ਨਹੀਂ ਲੈ ਸਕਦੇ, ਵੀ ਸੇਵਾ 'ਚ ਹੀ ਲੱਗ ਗਿਆ ਸੀਗਾ ਵੀ ਚਲ ਕੋਈ ਗੱਲ ਨਹੀਂ, ਮੈਨੂੰ ਤਾਂ ਵੀ ਨਗਰ ਦੀ ਸੇਵਾ ਹੀ ਕਰਨੀ ਆ, ਸਾਰੇ ਮੁਲਕ ਦੀ, ਵੀ ਸਾਰੇ ਮੈਨੂੰ ਤਾਂ ਇੱਕ ਹੀ ਨੇ, ਕਹਿੰਦੇ ਇਹ ਬਾਬੇ ਵਾਂਗੂ ਤਰ੍ਹਾਂ ਵੀ ਮੈਂ ਇੱਕ ਸਮਝਦਾ ਸਾਰਿਆਂ ਨੂੰ, ਵੀ ਕਿਸੇ ਦੀ ਕੋਈ ਉਹ ਨਹੀਂ ਮੈਨੂੰ। ਛੋਟੀ ਉਮਰ ਤੋਂ ਹੀ ਇਹ ਬਿਰਤੀ ਸੀਗੀ? ਹਾਂਜੀ, ਪਹਿਲਾਂ ਤਾਂ ਸੀਰੀ ਪਾਈ ਵੀ ਰਾਦਾ ਹੈ ਵੀ ਦੇਖੋ ਪਹਿਲਾਂ ਕਮਾ ਕੇ ਸਾਨੂੰ ਕਮਾਉਂਦਾ ਸੀਗਾ, ਵੀ ਇਸ ਤਰ੍ਹਾਂ ਦੀ ਕੋਈ ਗੱਲ ਸੀ। ਵੀ ਉਦੋਂ ਬਾਅਦ ਹੀ ਜੁੜ ਗਿਆ ਸਾਨੂੰ ਦੁਬਾਰੇ, ਵੀ ਉਦੋਂ ਵੀ ਜਾਂਦਾ, ਜਦੋਂ ਸੀਰੀ ਸਾਂਝੀ ਹੁੰਦਾ ਉਦੋਂ ਵੀ ਜਾ ਕੇ ਉੱਥੇ ਸੇਵਾ ਕਰਕੇ ਆਉਂਦਾ ਸੀ। ਉਦੋਂ ਨੱਕਰ ਨੇ ਫਿਰ ਇਹਨਾਂ ਨੂੰ ਆਪਦਾ ਅੰਮ੍ਰਿਤ ਵੀ ਉੱਥੇ ਛਕਾਤਾ, ਵੀ ਸਾਰਾ ਕੁਛ ਉੱਥੇ ਹੀ ਕੀਤਾ ਤੇ ਉਹਨਾਂ ਨੇ। ਵੀ ਸਾਨੂੰ ਤਾਂ ਅੰਮ੍ਰਿਤ ਛਕਾਏ ਨਹੀਂ ਪਤਾ, ਤੇ ਉਦੋਂ ਹੀ ਪਤਾ ਲੱਗਿਆ ਸੀ ਵੀ ਜਦੋਂ 6 ਵਜੇ ਜਿਵੇਂ ਉਵੇਂ ਫਿਰ ਉਦੋਂ ਪਤਾ ਲੱਗਿਆ ਸਾਨੂੰ ਜਾਨੂੰ ਪਤਾ ਵੀ ਇਸ ਤਰ੍ਹਾਂ ਸੀ ਗੱਲ। ਹੋਰ ਕੋਈ ਮੈਂ ਇੰਨੀ ਗੱਲ ਹੋਰ ਕਰਨੀ, ਸਾਰੀ ਨਗਰ ਨੂੰ ਹੀ ਪਤਾ। ਤੁਹਾਨੂੰ ਕਿਵੇਂ ਜੀ ਪਤਾ ਲੱਗਿਆ ਫਿਰ? ਤੁਸੀਂ ਕਿਹਦੇ ਤੱਕ ਪਹੁੰਚ ਕੀਤੀ ਵੀ ਭਾਈ ਪਤਾ ਕਰੀਏ ਮੁੰਡੇ ਦਾ? ਕੀ ਉਦੋਂ ਕੀ ਹੋਇਆ ਸੀਗਾ? ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਜੀ। ਇੱਥੇ ਜੀ ਅਸੀਂ ਮੋਬਾਈਲ ਤਾਂ ਦਿਖਾਇਆ ਸਾਨੂੰ ਬੰਦਿਆਂ ਜਵਾਕਾਂ ਨੇ ਵੀ ਤੁਹਾਡੇ ਪੁੱਤ ਨਾਲ ਹਾਲਤ ਹੋ ਰਹੀ ਹੈ। ਸਾਨੂੰ ਤਾਂ ਹੱਥ ਨੇ ਦੂਜੇ ਦਿਨ ਪਤਾ ਲੱਗਿਆ। ਦੂਜੇ ਦਿਨ ਪਤਾ ਲੱਗਿਆ, ਅਸੀਂ ਫਿਰ ਜਾ ਕੇ ਫੋਨਾਂ 'ਤੇ ਪਤਾ ਕਰਿਆ, ਬਾਬੇ ਗ੍ਰੰਥੀ ਤੋਂ ਪਤਾ ਕਰਿਆ। ਉੱਥੇ ਜਿਹੜੇ ਬੰਦੇ ਨੇ ਉਹਨੂੰ ਫੋਨ ਲਾਇਆ ਵੀ ਕਿਵੇਂ, ਕਹਿੰਦੇ ਵੀ ਬੱਚਾ ਠੀਕ ਆ ਤੁਹਾਡਾ। ਤੇ ਗਿਆ ਤਾਂ ਕਹਿੰਦੇ ਇਹ ਇੱਧਰ ਨੂੰ ਦੇਖਣ ਦੁਖਣੀ ਵਗ ਨਾ ਲੜਾਈ ਨੂੰ। ਉੱਥੇ ਉਹਦੀ ਕੁੱਟਮਾਰ ਲੱਗ ਗਈ ਕਰਨ ਪੁਲਿਸ ਵਾਲੇ। ਉਹੇ ਪ੍ਰਸ਼ਾਸਨ ਨੂੰ ਇਹ ਰੋਟੀਆਂ ਪਕਾ ਕੇ ਖਵਾਉਂਦਾ ਹੁੰਦਾ ਸੀ, ਉਹੀ ਉਹਨੂੰ ਕੁੱਟਣ ਲੱਗ ਗਏ। ਦਿੱਲੀ ਦੇ ਗਰੀਬਾਂ ਦੇ ਜਵਾਕਾਂ ਨੂੰ ਰੋਟੀ ਪਾਣੀ ਖਵਾਉਂਦਾ ਰਿਹਾ।
ਤੇ ਕਿਸਾਨਾਂ ਨੂੰ ਰੋਟੀ ਖਵਾਉਂਦਾ ਰਿਹਾ। ਪਹਿਲੇ ਦਿਨ ਤੋਂ ਹੀ ਇਹਦਾ ਸੇਵਾ ਦਾ ਧਿਆਨ ਆ ਜੀ। ਇਹ ਛੋਟਾ ਹੁੰਦਾ ਵੀ ਉਹ 5-7-10 ਸਾਲ ਦਾ ਸੀ, ਅਸੀਂ ਇਹਨੂੰ 5-400 ਚ ਰਲਾਉਂਦੇ ਵੀ ਚੱਲ ਆਪਣੇ ਘਰ ਦੀ ਕਬੀਲਦਾਰੀ ਤੁਰ ਪੂਗੀ, ਮਾੜੀ ਮੋਟੀ ਅੰਨ ਪਾਣੀ ਲਿਆ ਮੈਂ ਖਾਵਾਂਗੇ, ਕਿਸਾਨਾਂ ਨਾਲ ਰਲਾਉਂਦੇ ਜੀ। ਉਹ ਉੱਥੋਂ ਕਿਸਾਨਾਂ ਦਾ ਕੰਮ ਕਰਕੇ ਮਾੜਾ ਮੋਟਾ ਗੁਰੂ ਘਰਾਂ ਦੇ ਵਿੱਚ ਹੀ ਬਸ ਝਾੜੂ ਚੱਪਾ ਲਾ ਜਾਂਦਾ, ਸੇਵਾ ਕਰੀ ਜਾਂਦਾ। ਹੌਲੀ ਹੌਲੀ ਸੇਵਾ 'ਚ ਵੱਧ ਗਿਆ, ਬਾਅਦ ਦਾ ਨਾਮ ਵੀ ਜਪਣਾ ਜੀ ਉਹਨੇ, ਤੁਰੇ ਫਿਰਦੇ ਨੇ। ਤੇ ਤਾਕੜਾ ਹੋ ਗਿਆ ਜੀ ਜਦੋਂ ਇੱਥੇ ਜੀ ਸ਼੍ਰੋਮਣੀ ਕਮੇਟੀ ਨੇ ਰੱਖ ਲਿਆ। ਉਹ ਸ਼੍ਰੋਮਣੀ ਕਮੇਟੀ ਨੇ ਰੱਖਿਆ ਜੀ, ਉਹਨੂੰ ਤਨਖਾਹ ਦੇਣ ਲੱਗੇ। ਉਹ 2 ਮਹੀਨੇ ਨਹੀਂ ਰਿਹਾ ਜੀ ਉਹਨਾਂ ਕੋਲੇ। ਉੱਥੇ ਕਾਰ ਸੇਵਾ ਚੱਲ ਪਈ ਆਪਣੇ ਗੁਰਦੁਆਰਾ ਸਾਹਿਬ 'ਚ ਜੀ। ਬਾਬੇ ਦਿੱਲੀ ਵਾਲਾ ਨੇ ਅਰਦਾਸ ਕਰਾ ਕੇ ਆਪਦੇ ਨਾਲ ਲਾ ਲਿਆ। ਉਹਨੇ ਤਨਖਾਹਾਂ ਦੇ ਲੱਤ ਮਾਰਤੀ ਤੇ ਆਪਦੀ ਨੌਕਰੀ ਦੀ ਲੱਤ ਮਾਰੀ। ਕਹਿੰਦਾ ਮੈਂ ਸੇਵਾ ਕਰਨੀ ਆ ਭਾਈ ਕਨ੍ਹਈਆ ਵਾਂਗੂ। ਭਾਈ ਕਨ੍ਹਈਆ ਬਣ ਕੇ ਜੀ ਉਹਨੇ ਕਿਸੇ ਮਜ਼ਹਬ ਧਰਮ ਦਾ ਉਹ ਬੰਦਾ ਹੈ, ਉਹਨੂੰ ਲੰਗਰ ਪਾਣੀ ਛਕਾਉਣਾ ਉਹਨੇ। ਉਹ ਆਹ ਸੇਵਾ ਉਹਨੇ ਚੰਗੀ ਕਰੀ ਆ ਜੀ। ਦਿੱਲੀ ਪਾ ਕੇ ਉੱਥੇ ਵੀ ਜਾ ਕੇ ਉਹਨੂੰ ਪੂਰੀ ਵਧੀਆ ਸੇਵਾ ਕਰੀ ਆ ਜੀ। ਉਹਨਾਂ ਧੱਕਾ ਹੀ ਹੁੰਦਾ ਤੁਰਿਆ ਜੀ। ਆਹ ਚੀਜ਼ਾਂ ਨੇ ਸਾਡੇ ਘਰਦਿਆਂ, ਦੇਖ ਲਓ ਤੁਹਾਨੂੰ ਸਾਰਾ ਕੁਝ ਦਿਸੀ ਜਾਂਦਾ ਜੀ। ਸਹੀ ਗੱਲ। ਘਰ ਦੀ ਹਾਲਤ ਮੈਂ ਇੱਕ ਵਾਰ ਫਿਰ ਤੁਸੀਂ ਦੇਖੋਗੇ, ਆ ਤੁਹਾਡਾ ਬੇਟਾ ਮੈਨੂੰ ਲੱਗਦਾ ਦੂਸਰਾ ਰੰਗ ਦਾ ਕੰਮ ਕਰਦਾ। ਮਾੜਾ ਮੋਟਾ ਬਸ ਇਹ ਵੀ ਕਦੀ ਆਉਂਦਾ ਜੀ ਰੰਗ ਮਾੜਾ ਮੋਟਾ। ਹਾਂ ਦੇਖ ਸਕਦੇ ਹੋ ਪਰਿਵਾਰ ਦੀ ਹਾਲਤ ਆ, ਪੌੜੀਆਂ ਸਾਰਾ ਤੁਹਾਨੂੰ ਦਿਖਾ ਦਿੰਦੇ ਆ ਪੂਰਾ। ਤੇ ਹੁਣ ਇਹ ਘਰ ਜ਼ਰੂਰ ਜਦੋਂ ਇਹ ਸਾਰੀ ਘਟਨਾ ਹੋਈ ਉਸ ਤੋਂ ਬਾਅਦ ਜੱਗੀ ਜਦੋਂ ਚਰਚਾ 'ਚ ਆਇਆ ਤਾਂ ਬਹੁਤ ਸਾਰੇ ਲੋਕ ਆਏ, ਮਦਦ ਵੀ ਕੀਤੀ ਹੈ ਲੋਕਾਂ ਨੇ ਆਰਥਿਕ ਤੌਰ ਤੇ। ਔਰ ਪਰ ਬਹੁਤ ਗਰੀਬ ਪਰਿਵਾਰ ਹੈਗਾ। ਔਰ ਇਹ ਗੱਲ ਸਮਝਣ ਦੀ ਲੋੜ ਆ। ਪੰਜਾਬ ਦਾ ਜਿਹੜਾ ਇਤਿਹਾਸ ਆ ਨਾ, ਸਿੱਖ ਇਤਿਹਾਸ ਦੇਖ ਲਓ, ਪੰਜਾਬ ਦਾ ਇਤਿਹਾਸ ਦੇਖ ਲਓ, ਉੱਥੇ ਜਿਹੜੀ ਯੋਧਿਆਂ ਦੇ ਅੰਦਰ ਹਮੇਸ਼ਾ ਜਿਹੜੇ ਹਰਿਆਵਲ ਦਸਤੇ ਨੇ ਪੰਜਾਬ ਦੇ, ਜਿਹੜੇ ਗਰੀਬ ਨੇ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ, ਇਹਨਾਂ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਗਾ। ਇਹਨਾਂ ਦਾ ਜਿੱਡਾ ਯੋਗਦਾਨ ਆ ਉਹਨਾਂ ਕਿਸੇ ਦਾ ਹੋਰ ਨਹੀਂ ਹੈਗਾ। ਇਹ ਗੱਲਾਂ ਯਾਦ ਰੱਖਿਆ ਕਰੋ, ਬਾਅਦ 'ਚੋਂ ਭੁੱਲ ਜਾਂਦੇ ਹੋ ਤੁਸੀਂ। ਬਾਅਦ 'ਚੋਂ ਪਤਾ ਨਹੀਂ ਤਰ੍ਹਾਂ ਦੇ ਕਮੈਂਟ ਆਉਣ ਲੱਗ ਜਾਂਦੇ ਨੇ ਜਦੋਂ ਗੱਲਾਂ ਖਤਮ ਹੋ ਜਾਂਦੀਆਂ ਨੇ। ਫਿਰ ਇਹ ਗੱਲਾਂ ਯਾਦ ਰੱਖਣ ਵਾਲੀਆਂ ਨੇ ਕਿ ਇਹਨਾਂ ਲੋਕਾਂ ਦਾ ਕਿੱਡਾ ਵੱਡਾ ਯੋਗਦਾਨ ਹੈ। ਇਹਨਾਂ ਨੇ ਹਮੇਸ਼ਾ ਪੰਜਾਬ ਦਾ ਕੋਈ ਸੰਘਰਸ਼ ਹੋਵੇ, ਪੰਜਾਬ ਦਾ ਜਿਹੜਾ ਮਰਜ਼ੀ ਇਤਿਹਾਸ ਹੋਵੇ, ਉਹ 'ਚ ਯੋਧਿਆਂ ਦੀ ਲਿਸਟ 'ਚ ਖੜ੍ਹਦੇ ਰਹੇ ਨੇ ਹਮੇਸ਼ਾ ਇਹੋ ਜਿਹੇ ਗਰੀਬ ਪਰਿਵਾਰ। ਤੇ ਕੀ ਹੁਣ ਤੁਸੀਂ ਲੋਕਾਂ ਦਾ ਕੀ ਮਤਲਬ ਸਮਰਥਨ ਮਿਲਿਆ? ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਾਂ ਪਿੰਡ 'ਚੋਂ ਤੁਹਾਨੂੰ ਪਹਿਲਾਂ ਮੈਂ ਤੁਹਾਨੂੰ ਜਿਹੜੇ ਆਪਣੇ ਨਗਰ ਪੰਚਾਇਤ ਆਪਣਾ ਸਾਰਾ ਨਗਰ, ਸਾਰਾ ਬੱਚਾ ਬੱਚੀ ਨੇ ਬਹੁਤ ਸੇਵਾ ਕਰਿਆ। ਸਾਡੀ ਪਹਿਲਾਂ ਜਗ੍ਹਾ ਵੀ ਉਹਨਾਂ ਨੇ ਪਾ ਕੇ ਦਿੱਤੀ ਹੈ ਜੀ। ਸਾਡੇ ਕੋਲ ਕਾਨਿਆਂ ਦਾ ਛੱਪਰ ਹੁੰਦਾ, ਫੂਸ ਦਾ। ਉਹ ਛੱਪਰ ਜੀ ਵੀ ਪੰਚਾਇਤ ਨੇ ਕੰਮ ਕਰਿਆ, ਜਾਂ ਕਮਰਾ ਪਾ ਕੇ ਸਾਨੂੰ ਬੈਠਣ ਦਿੱਤਾ ਜੀ। ਧੰਨਵਾਦ ਉਹ ਪੰਚਾਇਤ ਨਗਰ ਦਾ, ਸਾਡੇ ਸਹਿਯੋਗੀ ਮਿੱਤਰਾਂ ਦਾ, ਜਿਹੜਾ ਸਾਨੂੰ ਇਹ 'ਚ ਬੈਠਣਾ ਕਰਤਾ। ਹੁਣ ਦੁਬਾਰੇ ਜਦੋਂ ਬਾਬਾ ਜੀ ਬਾਰੇ ਉਹਦੀ ਸ਼ਾਬਾਸ਼ੀ ਨੂੰ ਦੇਖ ਕੇ ਜੀ ਨਗਰ ਨੇ ਬਹੁਤ ਵੱਡਾ ਉਦਮ ਚੱਕਿਆ। ਸਾਨੂੰ 10 ਵਿਸਵੇ ਪੰਚਾਇਤੀ ਵਾਹਨ ਦੇ ਵਿੱਚੋਂ 10 ਵਿਸਵੇ ਵਾਹਨ ਦਿੱਤੇ ਆ ਜੀ ਘਰ ਪਾਉਣ ਵਾਸਤੇ, ਵੀ ਬਾਬਾ ਜੀ ਦੀ ਯਾਦਗਰੀ ਰਹਿ ਜੀ। ਯਾਦਗਰੀ ਪਿੱਛੇ ਐਡਾ ਸੰਘਰਸ਼ ਚੱਕਿਆ ਸਾਡੇ ਪਿੰਡ ਨੇ। ਪਿੰਡੀ ਉਹਨੂੰ ਲਿਆਇਆ ਜੀ, ਆਉਂਦਾ ਨਹੀਂ ਸੀ ਪਿੰਡ, ਆਪਣੇ ਘਰ ਵੀ ਨਹੀਂ ਆਉਂਦਾ ਜੀ ਉਹ। ਅਤੇ ਆਹ ਗਲੀ ਵੀ ਨਹੀਂ ਵੜਦਾ, ਉਹ ਗਲੀ ਹੈਗੀ ਹੈ ਅਤੇ ਉੱਧਰੋਂ ਗਲੀਆਂ ਤੁਰ ਲੱਗਦੀ ਹੈ, ਉਹਨੇ ਸਾਡੇ ਘਰੇ ਨਹੀਂ ਸੀ ਆਉਣਾ। ਉਹਦਾ ਅੱਠੋ ਪਹਰਾ ਸਮਾਧੀ ਦੇ ਵਿੱਚ ਨੀਂਦ ਰਹਿੰਦਾ ਅਤੇ ਆਹ ਤੁਹਾਨੂੰ ਸਾਰਾ ਕੁਝ ਦਿਸੀ ਜਾਂਦਾ ਜੀ। ਕੀ ਜਦੋਂ ਇੱਕਦਮ ਇਹ ਘਟਨਾ ਵਾਪਰੀ ਉਹਦੇ ਤੋਂ ਬਾਅਦ ਜਦੋਂ ਪਤਾ ਲੱਗਿਆ ਤਾਂ ਕੀ ਤੁਸੀਂ ਆਲੇ ਦੁਆਲੇ ਦੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ, ਪਿੰਡ ਨੇ, ਦੋਸਤ ਨੇ, ਉਹਨਾਂ ਨੇ ਵੀ ਚਰਚਾ ਕੀਤੀ ਤੁਹਾਡੇ ਨਾਲ? ਉਹਨਾਂ 'ਚ ਵੀ ਬੜੀ ਜੀ ਬੜੀ ਬਹਿਸ ਦਿੱਤਾ ਸਾਨੂੰ ਲੋਕਾਂ ਨੇ। ਸਾਡੇ ਰਿਸ਼ਤੇਦਾਰਾਂ ਨੇ ਬੜਾ ਆਉਣਾ ਸ਼ੁਰੂ ਕਰਤਾ ਉਹਦੀ, ਵੀ ਸਾਡੇ ਬੱਚੇ ਨਾਲ ਕੀ ਘਟਨਾ ਹੋ ਗਈ ਇਹ। ਅਤੇ ਮੈਂ ਇਹੀ ਮੂੰਹੋਂ ਮੇਰੀ ਆਵਾਜ਼ ਆਉਂਦੀ ਸੀ ਪਹਿਲਾਂ ਤੋਂ ਹੁਣ ਵੀ ਮੇਰਾ ਬੱਚਾ ਨਹੀਂ ਹੈਗਾ, ਪਹਿਲਾਂ ਨਗਰ ਦਾ ਬੱਚਾ ਹੈ, ਫਿਰ ਸਾਡੇ ਪੰਜਾਬ ਦੇ ਕਿਸਾਨਾਂ ਦਾ ਬੱਚਾ ਇਹ। ਅਤੇ ਆਹੀ ਮੇਰੇ ਮੂੰਹ 'ਚੋਂ ਆਵਾਜ਼ ਆਉਂਦੀ ਹੈ, ਹੁਣ ਵੀ ਇਹੀ ਆਵਾਜ਼ ਆ ਰਹੀ ਹੈ ਜੀ। ਅਤੇ ਚੰਗੀ ਸੇਵਾ ਕਰਦੀ ਹੈ ਉਹਨੇ, ਮਾੜਾ ਪੈਰ ਨਹੀਂ ਕੋਈ ਚੱਕਿਆ, ਕਿਸੇ ਨੇ ਗਲਤ ਲੜਾਈ ਨਹੀਂ ਕਰੀ, ਕਿਸੇ ਨੇ ਹੋਰ ਨਹੀਂ ਗਲਤ ਬੋਲਣਾ, ਸਾਰਾ ਦਿਨ ਬਸ ਇਹੀ ਕੰਮ ਕਰਨਾ ਉਹਨੇ। ਕਈ ਲੋਕ ਬੜਾ ਭੇੜ ਪਵਾਉਂਦੇ ਨੇ, ਆਪਾਂ ਦੇਖਦੇ ਆਂਗੇ ਇਸ ਤਰ੍ਹਾਂ ਦਾ ਵੀ ਜੀ ਦਲਿਤ ਵਰਸ ਜੱਟ ਕਰਾ ਦਿਓ ਜੀ, ਆਹ ਕਰ ਦਿਓ ਜੀ, ਉਹ ਕਰ ਦਿਓ। ਨਫ਼ਰਤ ਵਾਲੇ ਲੋਕ ਵੀ ਨੇ, ਹੈ ਨਾ। ਤੁਸੀਂ ਇਹ ਗੱਲ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਸ ਤਰ੍ਹਾਂ ਦਾ ਇੱਕ ਏਕਤਾ, ਕਿ ਜਿਵੇਂ ਮੰਨ ਲਓ ਤੁਹਾਡੇ ਕੋਲ ਤਾਂ ਜ਼ਮੀਨ ਵੀ ਨਹੀਂ ਹੈਗੀ, ਦੱਸਿਆ ਬਾਬਾ ਜੀ ਨਾਲ ਵੀ ਗੱਲ ਹੋਈ ਆ ਸਾਡੀ, ਉਹ ਕਹਿੰਦੇ ਨਾ ਅਸੀਂ ਤਾਂ ਫਿਰ ਵੀ ਉਹ ਕਿਸਾਨੀ ਸੰਘਰਸ਼, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਨਫ਼ਰਤਾਂ ਫੈਲਾਉਂਦੇ ਨੇ? ਪਿਆਰ ਦਾ ਸੁਨੇਹਾ। ਆਪਾਂ ਜੀ ਉਹਨਾਂ ਬਾਤ ਚੰਗੀ ਕਹਿੰਦੇ, ਜਿਹੜਾ ਚੰਗਾ ਕਰਦੇ ਨੇ ਉਹ ਬਸ ਚੰਗੇ ਹੀ ਕਰਦੇ ਨੇ ਸਾਡੇ ਮੂੰਹ ਤੋਂ। ਵੀ ਜੇ ਸਾਡੇ ਬਾਤ ਕੋਈ ਮੰਦਾ ਬੋਲਦਾ, ਸਾਡੇ ਬਾਤ ਉਹ ਚੰਗੇ ਹੀ ਕਰਦੇ ਨੇ। ਅੱਗੇ ਉਹ ਪਰਮਾਤਮਾ ਜਾਣਦਾ ਜੀ, ਉਹਨੇ ਸੇਵਾ ਸਾਰਾ ਉਹ ਕਰਨਾ, ਨਿਉ ਨੇ ਮੇਰਾ ਜਿਹੜਾ ਕਰਨਾ ਉਹ ਪਰਮਾਤਮਾ ਪਰਮਾਤਮਾ ਨੇ ਕਰਨਾ ਜੀ, ਠੀਕ ਹੈ ਨੀ। ਅਤੇ ਆਪਾਂ ਨਹੀਂ ਮੂੰਹ ਮਾੜਾ ਉਹਨੂੰ ਕਹਿਣਾ ਜੀ, ਠੀਕ ਹੈ ਨੀ। ਆਪਾਂ ਇਹ ਮਾੜਾ ਕਹੀਏ, ਮਾੜਾ ਨਜਾਇਜ਼ ਮਾੜਾ ਕਹਿ ਦਈਏ, ਭਾਵੇਂ ਕੁਛ ਵੀ ਕਰਦੇ ਸਾਡੇ ਬਾਰੇ ਜੀ, ਸਾਨੂੰ ਉਹ ਵੀ ਰੱਬ ਹੀ ਨੇ। ਸਾਡਾ ਵੱਡਾ ਨਗਰ ਰੱਬ ਹੈ ਸਾਨੂੰ। ਜੀ ਤੁਹਾਡੇ ਇੱਥੇ ਜਦੋਂ ਮੁਹੱਲੇ 'ਚ ਕੀ ਤੁਸੀਂ ਸਾਰਾ ਇਹ ਵਿਹੜਾ ਤੁਹਾਡਾ ਜਿਹੜਾ ਇੱਥੇ ਕੀ
ਪਤਾ ਲੱਗਿਆ ਜਦੋਂ ਗੱਲ ਹੋਈ ਸਾਰੀ, ਕਿਵੇਂ ਗੱਲ ਪਤਾ ਲੱਗੀ? ਗੱਲ ਤਾਂ ਜੀ ਇਹ ਤੀ ਵੀ ਜਦੋਂ ਪਤਾ ਲੱਗਿਆ ਨਾ ਵੀ ਐਂ ਕਰਕੇ ਬਾਬਾ ਜੱਗੀ, ਅਸੀਂ ਨਾਲ ਹੀ ਗਏ ਸੀ ਨਾ, ਪਹਿਲਾਂ 26 ਤਰੀਕ ਨੂੰ ਨਾਲ ਗਏ ਸੀ ਤੇ ਅਸੀਂ 8 ਹਫ਼ਤਾ ਉੱਥੇ ਲਾ ਕੇ ਮੁੜੇ ਸੀ। ਇਹ ਬਾਬਾ ਜੀ ਕਹਿੰਦਾ ਵੀ ਮੈਂ ਇੱਥੇ ਡਿਊਟੀ ਕਰੂੰ ਲੰਗਰ ਦੀ, ਇੱਥੇ ਸੰਗਤ ਲੰਗਰ ਛਕਾਇਆ ਕਰੂੰਗਾ। ਇਕੱਠੀ ਗਏ ਸੀ ਅਸੀਂ ਮੁੜੇ ਸੀ। ਉਸ ਤੋਂ ਬਾਅਦ ਜਦੋਂ ਆ 26 ਤਰੀਕ ਨੂੰ ਹੁਣ ਜਿਹੜਾ ਹੋਇਆਗਾ, ਉਹਦੇ ਇਹਦੇ ਨਾਲ ਜਿਹੜਾ ਹੋਇਆਗਾ ਸਰਕਾਰ ਨੇ ਕਰਿਆਗਾ ਇਹ, ਕਿਉਂ ਇਹਦੇ ਵਿੱਚ ਇਹੀ ਸੀਗਾ ਵੀ ਆਪਾਂ ਜਿੰਨਾ ਹੋ ਸਕੇ ਸਹਿਯੋਗ ਦਈਏ ਸੰਗਤਾਂ ਦਾ, ਲੋਕਾਂ ਦਾ, ਜਿੰਨੀ ਪਬਲਿਕ ਬੈਠੀ ਹੈ। ਕਿਉਂ ਇਹਦੇ ਕੋਈ ਜ਼ਮੀਨ ਦਾ ਰੌਲਾ ਨਹੀਂ ਇਹਦਾ ਕੋਈ, ਇਹ ਤਾਂ ਇੱਕ ਬਸ ਪ੍ਰਚਾਰਕ, ਧਾਰਮਿਕ ਪ੍ਰਚਾਰਕ ਦਿੱਤੀਗਾ। ਹਰ ਵਕਤ ਇਹਨੇ ਜਦੋਂ ਕਰਨਾ ਰੱਬ ਦਾ ਨਾਮ ਹੀ ਲੈਣਾ ਸੀ। ਇੱਥੇ ਵੀ ਉੱਥੇ ਵੀ, ਉੱਥੇ ਫੌਜ ਮਿਲਟਰੀ ਖੜੀ ਸੀਗੀ, ਪੁਲਿਸ ਵੀ ਖੜੀ ਹੁੰਦੀ ਟਿਕਰੀ ਬਾਰਡਰ ਤੇ, ਲੰਗਰ ਬਣਾ ਕੇ ਛਕਾਉਣਾ ਉਹਨਾਂ ਨੂੰ ਵੀ, ਉਹਨਾਂ ਵੀ ਛਕਾਉਣਾ ਸੀਗਾ। ਉਹਨਾਂ ਨੇ ਧਾਵਾ ਕਰਿਆ, ਦੇਖ ਲਓ। ਅੱਜ ਕੋਈ ਕਿਸੇ ਦਾ ਪਤਾ ਨਹੀਂ ਲੱਗਦਾ ਵੀ ਦੁਸ਼ਮਣ ਇੱਥੇ ਕੀ ਫਿਰ ਚਰਚਾ ਹੋਈ ਪੂਰੀ ਇਸ ਤੁਹਾਡੇ ਵਿਹੜੇ ਦੇ ਅੰਦਰ? ਹਾਂਜੀ, ਜੱਗੀ ਬਾਬੇ ਦੀ ਕਿਰਪਾ ਜੀ ਸਾਡੇ ਤੇ ਪਿੰਡ ਪੰਧੇਰ ਤੇ ਬਹੁਤ ਸੇਵਾ ਕਰਦਾ ਜੀ, ਬਚਪਨ ਤੋਂ ਹੀ ਪਹਿਲਾਂ ਸੇਵਾ ਕਰ ਰਹੇ ਨੇ ਜੀ ਉਹ। ਧੰਨਵਾਦ ਹੈ ਇਹਨਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਤੁਹਾਨੂੰ, ਤੁਸੀਂ ਵੀ ਹਾਂਜੀ, ਬਹੁਤ ਖੁਸ਼ੀ ਹੋਈ ਜੀ। ਮੇਰਾ ਤਾਂ ਸਰਨਾਮ ਹੀ ਹੈ, ਮੇਰਾ ਨਾਮ ਵੀ ਜੱਗੀ ਹੈ ਜੀ। ਮੈਂ ਵੀ ਰਹਿ ਕੇ ਆਇਆ ਸੀ ਉਹਨਾਂ ਕੋਲ, 4 ਕੁ ਦਿਨ ਲਾਏ ਸੀ ਦਿੱਲੀ। ਲੰਗਰ ਦੀ ਵੀ ਸੇਵਾ ਕਰਦੇ, ਅਸੀਂ ਵੀ ਲੰਗਰ 'ਚ ਹੀ ਸੇਵਾ ਕਰਕੇ। ਬਹੁਤ ਧੰਨਵਾਦ ਹੈ ਜੀ, ਨਗਰ ਨੇ ਬਹੁਤ ਸੋਹਣਾ ਸਹਿਯੋਗ ਕੀਤਾ। ਸਾਡਾ ਤਾਂ ਸਰਨਾਮ ਹੀ ਹੈਗਾ। ਬੜੀ ਕਿਰਪਾ ਵਾਲੀ ਗੱਲ ਹੈ ਵੀ ਬਾਬਾ ਜੱਗੀ ਜੀ ਨੇ ਸਾਡੇ ਨਗਰ ਦਾ ਨਾਮ ਰੋਸ਼ਨ ਕੀਤਾ ਤੇ ਨਾਲ ਸਾਡਾ ਵੀ ਹੁੰਦਾ ਤੇ ਇਸ ਕਰਕੇ ਭਾਈ ਬਹੁਤ ਵਧੀਆ ਗੱਲ ਕੀਤੀ ਹੈ ਜੀ। ਕੋਈ ਇਹੀ ਜੀ ਗੱਲ ਨਹੀਂ ਹੈਗੀ ਵੀ ਉਹ ਨਹੀਂ ਕਰੀ। ਸ਼ੁਰੂ ਤੋਂ ਹੀ ਉਹ ਸੇਵਾ 'ਚ ਹੀ ਹੈ। ਜਦੋਂ ਦਾ ਉਹ ਕਿਸਾਨਾਂ ਨਾਲੋਂ ਰਲਣੋਂ ਰਲਣੋਂ ਹਟਿਆਗਾ, ਉਦੋਂ ਦੇ ਹੀ ਗੁਰਦੁਆਰਾ ਸਾਹਿਬ ਸੇਵਾ ਕਰ ਰਿਹਾ ਜੀ। ਉਸ ਤੋਂ ਬਾਅਦ ਬਾਬਾ ਦਿੱਲੀ ਵਾਲਿਆਂ ਨੇ ਰਤਨ ਸਿੰਘ ਜੀ ਦੀ ਸੇਵਾ ਚੱਲ ਪਈ ਤੇ ਉਹਨਾਂ ਨੂੰ ਨੌਕਰੀ ਤੇ ਰੱਖਿਆ ਗਿਆ ਸੀ। ਉਹਨਾਂ ਨੇ ਤੇ ਗੱਲਬਾਤ ਕੀਤੀ ਵੀ ਬਾਬੇ ਕਹਿੰਦੇ ਵੀ ਸਾਨੂੰ ਦੇ ਦਿਓ ਸਿੰਘ ਨੂੰ। ਮੈਨੇਜਰ ਸਾਹਿਬ ਨੇ ਕਿਹਾ ਜੀ, ਸਾਡੇ ਮੈਨੇਜਰ ਹੈ ਸੇਖੇ ਤੋਂ, ਤੇ ਉਹ ਕਹਿੰਦੇ ਵੀ ਅਸੀਂ ਪੁੱਛ ਲੈਂਦੇ ਆਂਗੇ। ਉਹ ਕਹਿੰਦੇ ਵੀ ਮੈਂ ਸੇਵਾ ਕਰਨੀ ਹੈ। ਉਹ ਕਹਿੰਦੇ ਵੀ ਤੇਰਾ ਇੱਥੋਂ ਗੁਰਦੁਆਰਾ ਸਾਹਿਬ 'ਚ ਨਾਂ ਕੱਟਿਆ ਜਾਊਗਾ, ਵੀ ਤੈਨੂੰ ਤਨਖਾਹ ਨਹੀਂ ਮਿਲੂ। ਕਹਿੰਦਾ ਮੈਨੂੰ ਤਨਖਾਹ ਦੀ ਕੋਈ ਲੋੜ ਨਹੀਂ, ਵੀ ਮੈਂ ਸੇਵਾ ਜ਼ਰੂਰ ਕਰਨੀ ਇੰਨੀ ਗੱਲ ਬਾਰੇ। ਕਿਉਂਕਿ ਜਦੋਂ ਨਗਰ ਦੇ ਵਿੱਚ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ। ਯੋਧੇ ਇਹੋ ਜਿਹੇ ਮਹਾਨ ਯੋਧੇ ਸਾਡਾ ਤਾਂ ਨਾਂ ਹੀ ਰੱਖਦਾ। ਅੰਗਰੇਟੇ ਗੁਰੂ ਕੇ ਬੇਟੇ ਮਹਾਰਾਜ ਬਾਬਾ ਜੀਵਨ ਸਿੰਘ ਜੀ ਉੱਥੋਂ ਲੈ ਕੇ ਆਏ ਸੀ, ਸਾਡੇ 9ਵੇਂ ਪਾਤਸ਼ਾਹ ਦਾ ਸੀਸ ਲੈ ਕੇ ਆਏ ਸੀਗੇ। ਇਸ ਕਰਕੇ ਸਾਨੂੰ ਤਾਂ ਬਹੁਤ ਖੁਸ਼ੀ ਹੈ। ਇਸ ਖੁਸ਼ੀ ਦੇ ਵਿੱਚ ਮੈਂ ਇੱਕ ਜਕਾਰਾ ਲਾਉਣਾ ਚਾਹੁੰਦਾ, ਖੁਸ਼ੀਆਂ ਦੇ ਜਕਾਰੇ ਜਾਵੇ। ਫਤਿਹ ਪਾਵੇ ਬਾਬਾ ਜੀਵਨ ਸਿੰਘ ਦੀ ਫੌਜ ਨੂੰ, ਭਾਵੇ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਤੁਸੀਂ ਵੀ ਜੀ ਸ਼ੁਰੂ ਤੋਂ ਜਾਣਦੇ ਉਹਨਾਂ ਨੂੰ ਬਚਪਨ ਤੋਂ? ਇਹ ਮੇਰਾ ਉਹਦਾ ਚਾਚਾ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦਾ ਜੀ ਬਹੁਤ ਵੱਡਾ ਦੇਣ ਹੈ। ਪਹਿਲਾਂ ਸਾਡੇ ਘਰ ਇਹ ਸਾਡੇ ਤੇ ਕਲਾਸ ਲਾਉਂਦਾ। ਪਹਿਲਾਂ ਤੁਸੀਂ ਸਾਨੂੰ ਅੰਮ੍ਰਿਤ ਉਹਨੇ ਸਿਖਵਾਇਆ। ਚਾਚਾ ਜੀ ਤੁਸੀਂ ਬਹੁਤ ਦਾਰੂ ਪੀ ਲਈ, ਤੁਸੀਂ ਬਹੁਤ ਲੜਾਈਆਂ ਕਰ ਲਈਆਂ ਆਪ 'ਚ, ਚਲੋ ਹੁੰਦੀਆਂ ਨੇ ਘਰਾਂ 'ਚ, ਵੀ ਸਾਡੇ ਲਈ ਉਹਨੇ ਬਹੁਤ ਵੱਡਾ ਉਦਮ ਉਪਰਾਲਾ ਕੀਤਾ ਵੀ ਤੁਸੀਂ ਅੰਮ੍ਰਿਤ ਛਕੋ। ਚਾਚਾ ਜੀ ਜੇ ਤੁਹਾਨੂੰ ਪੁੱਤ ਸਮਝਾਉਂਦੇ, ਤੁਸੀਂ ਸਮਝਾਉਣਾ ਤਾਂ ਪੁੱਤਾਂ ਨੂੰ ਮਾਂ ਪਿਓ ਨੇ ਸੀ। ਇੰਨੀ ਤੁਸੀਂ ਦਾਰੂ ਛੱਡੀ ਤੇ ਅੰਮ੍ਰਿਤ ਛਕਿਆ? ਹਾਂ, ਅੰਮ੍ਰਿਤ ਛਕਿਆ ਜੀ, ਉਹਦੇ ਕਹੇ ਉਹਨੇ ਦੇਣ ਦਿੱਤੀ ਆ ਸਾਨੂੰ। ਇਹ ਸਾਰੇ ਲੋਕ ਸੀ ਤੇ ਜਿਹੜੇ ਚਾਚਾ ਜੀ ਉਹਨਾਂ ਦੇ ਪੂਰਾ ਪਰਿਵਾਰ, ਔਰ ਜਿਹੜਾ ਬਕਾਇਦਾ ਤੌਰ ਦੇ ਉੱਤੇ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਜਿਹੜਾ ਅਸੀਂ ਉਹ ਕਹਿ ਰਹੇ ਹਾਂਗੇ ਕਿ ਇਹਨਾਂ ਗਰੀਬ ਥਾਵਾਂ ਦੇ ਉੱਤੇ, ਇਹਨਾਂ ਗਰੀਬ ਘਰਾਂ ਦੇ ਅੰਦਰ ਕਿਸ ਤਰ੍ਹਾਂ ਦੇ ਬਿਰਤਾਂਤ ਸਿਰਜੇ ਜਾਂਦੇ ਹੋਣਗੇ ਜਾਂ ਸਿਰਜੇ ਗਏ ਹੋਣਗੇ, ਕਿਸ ਤਰ੍ਹਾਂ ਇਤਿਹਾਸ ਦੇ ਨਾਲ ਇੱਕ ਰਿਸ਼ਤਾ ਇਹਨਾਂ ਦਾ, ਇਤਿਹਾਸ ਦਾ ਉਹ ਰਿਸ਼ਤਾ ਹੀ ਇਹਨਾਂ ਦੀ ਜ਼ਮੀਰ ਨੂੰ ਜਗਾਉਂਦਾ। ਜ਼ਮੀਨ ਨਹੀਂ ਸੀ ਹੈਗੀ ਇਹਨਾਂ ਕੋਲੇ, ਜ਼ਮੀਨ ਨਹੀਂ ਸੀ ਇਹਨਾਂ ਕੋਲੋਂ। ਜਿਹੜਾ ਨਾਰਾ ਚੱਲਦਾ ਨਾ, ਜ਼ਮੀਨ ਨਹੀਂ ਜ਼ਮੀਰ ਹੈ, ਉਹ ਤਾਂ ਨਾਰਾ ਸੀ ਸਿਰਫ। ਜੋ ਪ੍ਰੈਕਟੀਕਲੀ ਜੇ ਅਮਲ 'ਚ ਦੇਖੀਏ, ਜੋ ਸੱਚ ਕਰਕੇ ਦਿਖਾਇਆ, ਤਾਂ ਉਹ ਇਹ ਜੱਗੀ ਬਾਬਾ ਜੀ ਹੋਰਾਂ ਵਰਗੇ ਲੋਕਾਂ ਨੇ। ਤਾਂ ਇਸ ਕਰਕੇ ਇਹ ਲਹਿਰ ਦੇ ਅੰਦਰ ਬਹੁਤ ਸਾਰੇ ਲੋਕ ਨੇ ਅੰਦੋਲਨ 'ਚ, ਤੇ ਪੰਜਾਬ ਵੀ ਸਭ ਦਾ ਤੇ ਅੰਦੋਲਨ ਵੀ ਸਭ ਦਾ, ਤੇ ਇਸੇ ਤਰੀਕੇ ਨਾਲ ਇਹਨੂੰ ਜਿਉਣਾ ਚਾਹੀਦਾ ਬਾਕੀ ਲੋਕਾਂ ਨੂੰ ਵੀ। ਕੈਮਰਾਮੈਨ ਜਸਵੀਰ ਦੇ ਨਾਲ ਯਾਦਵਿੰਦਰ ਸਿੰਘ, ਪ੍ਰੋ ਪੰਜਾਬ ਟੀਵੀ, ਪੰਧੇਰ।